जिसमें अमृत ज्ञान है, माणक भगत बैराग। गुरु ग्रंथ साहिब उदद, बंदों कर अनुराग। एकंकारा सतगुरु, ते प्रसाद सच होए। वाहिगुरु जी की फतेह है, विघ्न बनासन सोए। वाहिगुरु जी का खालसा, वाहिगुरु जी की फतेह। गुरु रूप गुरु खालसा सत संगत जी, ਆਪਾਂ ਹੁਣੇ ਦੀਨ ਦੁਨੀਆ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਸ਼ਬਦ ਸਰਵਣ ਕੀਤਾ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਔਰ ਜਦੋਂ ਭਾਈ ਬਲਵਿੰਦਰ ਸਿੰਘ ਜੀ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਹਾ ਨਾ, ਸੱਚ ਜਾਣਿਆ ਜੀ, ਮੇਰਾ ਇੱਕਦਮ ਖਿਆਲ ਇਹਦੇ ਪਿੰਡ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਚਲਾ ਗਿਆ। ਕਿਉਂਕਿ ਭਾਈ ਬਲਵਿੰਦਰ ਸਿੰਘ ਦਾ ਪਿੰਡ ਪੱਟੀ ਹੈ, ਜਿੱਥੋਂ ਦਾ ਦੁਨੀ ਚੰਦ ਹੋਇਆ। ਔਰ ਉਸ ਦੁਨੀ ਚੰਦ ਦੀ ਬੀਬੀ ਰਜਨੀ ਨੇ ਜਿਵੇਂ ਸਿਦਕ ਕਮਾਇਆ, ਪਤੀ ਵਰਤਾ ਧਰਮ ਵਿੱਚ ਕਾਇਮ ਰਹੀ। ਔਰ ਉਸ ਬੀਬੀ ਦੀ ਨੇਕ ਕਮਾਈ ਕਰਕੇ ਇਹ ਮਹਾਨ ਸਥਾਨ ਪ੍ਰਗਟ ਹੋਇਆ। ਮੇਰੇ ਮਨ ਦਾ ਵਿਚਾਰ ਸੀ ਕਿ ਅੱਜ ਮੈਂ ਤੁਹਾਡੇ ਨਾਲ ਇਸ ਵਿਸ਼ੇ ਤੇ ਵਿਚਾਰ ਕਰਾਂ। ਧਰਮ ਕੀ ਹੈ? ਧਰਮ ਕਿਸ ਨੂੰ ਕਿਹਾ ਜਾਂਦਾ ਹੈ? ਧਰਮ ਦੇ ਕੀ ਅੰਗ ਨੇ? ਲੇਕਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਨਾਮ ਲੈਣ ਕਰਕੇ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਮੈਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਸਮੁੱਚੇ ਜੀਵਨ ਸੰਬੰਧੀ ਤੁਹਾਡੇ ਨਾਲ ਵਿਚਾਰ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲ ਕਰਾਂ। ਨਾਲ ਹੀ ਮੈਂ ਕੱਲ ਪਰਸੋਂ ਬੇਨਤੀ ਕੀਤੀ ਸੀ ਕਿ ਮੈਨੂੰ ਮੇਰੇ ਕਰਮ ਚੰਗੇ ਨੇ। ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਉੱਥੇ ਕਥਾ ਦੀ ਸੇਵਾ ਬਖਸ਼ੀ। ਮੈਨੂੰ 31 ਸਾਲ ਹੋ ਗਏ ਨੇ। ਕਿਸੇ ਭੈਣ ਦੇ ਮਨ ਵਿੱਚ, ਕਿਸੇ ਵੀਰ ਦੇ ਮਨ ਵਿੱਚ ਗੁਰਮਤਿ ਸੰਬੰਧੀ ਕੋਈ ਵੀ ਸ਼ੰਕਾ ਹੋਵੇ, ਉਹ ਚਿੱਠ ਦੇ ਦਿਆ ਕਰੋ, ਤਾਂ ਕਿ ਆਪਾਂ ਉਸੇ ਵਿਸ਼ੇ ਤੇ ਵਿਚਾਰ ਕਰਕੇ ਆਪਣੇ ਸ਼ੰਕਿਆਂ ਦੀ ਨਿਵਰਤੀ ਕਰਕੇ ਤੇ ਗੁਰੂ ਦੀ ਰਹਿਮਤ ਨੂੰ ਪ੍ਰਾਪਤ ਕਰੀਏ। ਪਰ ਚਿੱਠ ਦੇਣ ਲੱਗਿਆਂ ਉਹ ਨੁਕਤਾ ਨਹੀਂ ਜਿਹੜਾ ਵਿਵਾਦ ਦਾ ਵਿਸ਼ਾ ਹੋਵੇ, ਜਿਹਦੇ ਚ ਵਿਵਾਦ ਹੋਵੇ ਉਹ ਨਹੀਂ। ਹਾਂ, ਅਰਥ ਨੇ, ਇਤਿਹਾਸ ਹੈ, ਉਹ ਮੇਰੀ ਡਿਊਟੀ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ ਦਾ ਮੁਤਾਲਿਆ ਕਰੀਏ ਤੇ ਗੁਰਮਤਿ ਦੀ ਇੱਕ ਪੰਕਤੀ ਬੜੀ ਢੁਕਵੀਂ ਹੈ। ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਅਸੀਂ ਸਤਿਗੁਰੂ ਪਾਤਸ਼ਾਹ ਦੀ ਬਾਣੀ 'ਚ ਵੀ ਪੜ੍ਹਦੇ ਹਾਂ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਰੀਤੇ ਭਰੇ ਭਰੇ ਸਖਲਾਵੈ, ਯਹ ਤਾਕੁਬ ਬਹਾਰੇ। ਜਿੱਥੇ ਪਾਣੀ ਹੈ ਉੱਥੇ ਟਿੱਬੇ ਬਣਾ ਦਿੰਦਾ ਹੈ, ਜਿੱਥੇ ਟਿੱਬੇ ਨੇ ਉੱਥੇ ਪਾਣੀ ਹੋ ਜਾਂਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਜੀਵਨ ਦੀ ਕਥਾ ਵੀ ਇਸ ਤਰ੍ਹਾਂ ਦੀ ਹੈ। ਅਸੀਂ ਦਸਮ ਪਾਤਸ਼ਾਹ ਨੇ ਜੋ ਬਚਿੱਤਰ ਨਾਟਕ ਲਿਖਿਆ ਹੈ, ਉਸ ਬਚਿੱਤਰ ਨਾਟਕ ਦਾ ਮੁਤਾਲਿਆ ਕਰੀਏ ਤੇ ਜ਼ਿਕਰ ਆਉਂਦਾ ਵੀ ਸ਼੍ਰੀ ਰਾਮਚੰਦਰ ਮਹਾਰਾਜ ਦੇ 2 ਬੇਟੇ ਸਨ। ਵੱਡੇ ਦਾ ਨਾਮ ਲਹੂ ਹੈ, ਛੋਟੇ ਦਾ ਨਾਮ ਕੁਸ਼ੂ ਹੈ। ਔਰ ਉਹਨਾਂ ਦੋਵਾਂ ਭਰਾਵਾਂ ਨੇ ਆਪੋ ਆਪਣੇ ਨਾਮ ਤੇ ਨਗਰ ਵਸਾਉਣਾ ਕੀਤੇ। ਯਾਦ ਰੱਖਿਆ ਜੇ, ਆਪਾਂ ਸਾਰੇ ਪਰਿਵਾਰਾਂ ਵਾਲੇ ਆ। ਇਹ ਮੈਂ ਆਮ ਲਫ਼ਜ਼ ਕਹਿਣਾ ਹੁੰਦਾ, ਸਗਾ ਸ਼ਰੀਕ ਬਣ ਜਾਏ, ਇਹਦੇ ਤੋਂ ਵੱਡਾ ਕੋਈ ਵੈਰੀ ਨਹੀਂ।
ਤੇ ਜੇ ਸ਼ਰੀਕ ਸਗੇ ਬਣ ਜਾਣ, ਇਹਦੇ ਤੋਂ ਵੱਡੀਆਂ ਮਜ਼ਬੂਤ ਬਾਹਾਂ ਵੀ ਕੋਈ ਨਹੀਂ। ਜਦੋਂ ਆਪਣੀ ਅੱਖਾਂ ਬਦਲ ਜਾਂਦੇ ਨੇ ਨਾ, ਉਦੋਂ ਸ਼ਰੀਕ ਬਣ ਜਾਂਦੇ ਨੇ, ਪਾਰਟਨਰ ਬਣ ਜਾਂਦੇ ਕਿ ਮੇਰਾ ਆਹ ਦੇ, ਮੇਰਾ ਆਹ ਹਿੱਸਾ ਹੈ। ਤੇ ਜਦੋਂ ਇਹ ਕਹਿਣ ਵੀ ਆਪਾਂ ਭਰਾ ਹੈ, ਗੁਰਮੁਖਾ ਤੂੰ ਵਰਤ ਲਿਆ, ਮੈਂ ਵਰਤ ਲਿਆ, ਤੇਰੇ ਤੇ ਮੇਰੇ ਚ ਕੋਈ ਫਰਕ ਨਹੀਂ, ਉਦੋਂ ਇੰਨਾ ਨਿੱਘ ਬਣਦਾ ਹੈ, ਉਹਨੂੰ ਅਸੀਂ ਤੋਲ ਤੇ ਮਿਲ ਨਹੀਂ ਸਕਦੇ। ਇਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜਾ ਪਿਛੋਕੜ ਹੈ ਬਚਿੱਤਰ ਨਾਟਕ ਦੇ ਮੁਤਾਬਕ। ਸਮੇਂ ਦਾ ਚੱਕਰ ਹੈ, ਦੋਵਾਂ ਭਰਾਵਾਂ ਦੀ ਔਲਾਦ ਵਿੱਚ ਤਕਰਾਰ ਹੋ ਗਿਆ, ਮਤਭੇਦ ਹੋ ਗਿਆ। ਜਿਵੇਂ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ ਵਿਦਵਾਨਾਂ ਕੋਲੋਂ, ਲੜਾਈ ਦੇ 3 ਕਾਰਨ ਨੇ: ਜਰ, ਜੋਰੂ ਤੇ ਜ਼ਮੀਨ। ਪੈਸੇ ਕਰਕੇ ਝਗੜਾ, ਔਰਤ ਕਰਕੇ ਝਗੜਾ, ਜ਼ਮੀਨ ਕਰਕੇ ਝਗੜਾ, ਔਰ ਮਹਾਂਭਾਰਤ ਦਾ ਜੰਗ ਇਹਨਾਂ ਕਾਰਨਾਂ ਚੋਂ ਕਾਰਨ ਹੈ। ਜਿਹੜੀ ਦ੍ਰੋਪਦੀ ਸੀ ਨਾ, ਇਹ ਜੋਰੂ ਸੀ, ਉਹਨੇ ਆਪਣੀ ਜ਼ਬਾਨ ਤੇ ਕੰਟਰੋਲ ਨਾ ਕੀਤਾ। ਮੈਂ ਇਹ ਕਹਿੰਦਾ ਨਾ ਵੀ ਜੇ ਮਹਾਂਭਾਰਤ ਦਾ ਇਤਿਹਾਸ ਪਿਛੋਕੜ ਵੇਖਣਾ ਹੈ ਨਾ, ਤਾਂ ਉਹ ਇਹ ਕਹਿੰਦਾ ਵੀ ਗੁਰਮੁਖਾ ਪਹਿਲਾਂ ਤੋਲਣ ਤੋਂ ਪਹਿਲਾਂ ਬੋਲ, ਵੀ ਤੂੰ ਬੋਲਦਾ ਕੀ ਹੈ, ਬੋਲਣ ਤੋਂ ਪਹਿਲਾਂ ਤੋਲ, ਜਿਹਨੂੰ ਆਪਾਂ ਕਹਿੰਦੇ ਥਿੰਕ ਬਿਫੋਰ ਯੂ ਸਪੀਕ। ਦ੍ਰੋਪਦੀ ਨੇ ਕੇਵਲ ਤੇ ਕੇਵਲ ਇੰਨੀ ਗੱਲ ਕਹੀ ਵੀ ਅੰਨੇ ਦਾ ਅੰਨਾ। ਤੇ ਗਿਆਨੀ ਕਰਤਾਰ ਸਿੰਘ, ਜਿਹੜੇ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਵੀ ਸਨ, ਜਿੱਥੇ ਮੈਂ ਕਥਾ ਕਰਦਾ ਇਹ ਨਾਲ ਕਥਾ ਵੀ ਕਰਦੇ ਹੁੰਦੇ ਸਨ, ਉਹਨਾਂ ਨੇ ਇੱਕ ਬਹੁਤ ਵਧੀਆ ਪੰਕਤੀ ਕਹੀ, ਕਹਿੰਦੀ ਬੋਲੀ ਕੱਟ ਗਈ ਜਿਗਰ ਕਰਤਾਰ ਸਿੰਘਾ, ਤਿੱਖੀਆਂ ਬੋਲੀਆਂ ਕਾਲਜੇ ਚੀਰ ਗਈਆਂ। ਅਸੀਂ ਆਪਣਾ ਸਿੱਖ ਇਤਿਹਾਸ ਪੜ੍ਹਦੇ ਹਾਂ ਤੇ ਮਾਤਾ ਗੰਗਾ ਜੀ ਨੇ ਕੀਮਤੀ ਬਸਤਰ ਸੰਗਤਾਂ ਲੈ ਕੇ ਆਈਆਂ ਨੇ, ਮਕਾਨ ਦੀ ਛੱਤ ਤੇ ਸੁੱਕਣੇ ਪਾਏ ਨੇ, ਤੇ ਸ਼ਰੀਕਣੀ ਪ੍ਰਿਥੀ ਚੰਦ ਦੀ ਘਰਵਾਲੀ ਨੇ ਵੇਖਿਆ। ਪਤੀ ਆਇਆ ਤੇ ਕਹਿਣ ਲੱਗੀ, ਜੇ ਕਿਤੇ ਤੂੰ ਯੋਗ ਹੋਨੋਂ ਤੇ ਇਹ ਸਾਰਾ ਕੁਝ ਮੇਰੇ ਕੋਲ ਆਉਣਾ ਸੀ, ਕਿਉਂਕਿ ਵੱਡੇ ਆਪਾਂ ਹੱਕ ਆਪਣਾ ਬਣਦਾ ਹੈ। ਤੇ ਪ੍ਰਿਥੀ ਚੰਦ ਕਹਿਣ ਲੱਗਾ, ਕਰਮੋ ਤੂੰ ਕਾਹਲੀ ਹੈ, ਉਸ ਅਰਜਨ ਤੇ ਗੰਗਾ ਦੇ ਘਰ ਔਲਾਦ ਨਹੀਂ, ਸਾਰਾ ਕੁਝ ਆਪਣੇ ਘਰ ਹੀ ਆਉਣਾ ਨਾ। ਇੱਕ ਬੋਲੀ ਹੈ, ਜਿਹੜੀ ਮਾਂ ਗੰਗਾ ਦੇ ਕਾਲਜੇ ਨੂੰ ਵਿੰਨ ਗਈ, ਉਹ ਆਪਣੀ ਕਥਾ ਦਾ ਅੱਜ ਦਾ ਵਿਸ਼ਾ ਨਹੀਂ। ਤੋ ਗੁਰਮੁਖੋ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਜੋ ਪਿਛੋਕੜ ਇਤਿਹਾਸ ਨੂੰ ਵਾਚਦੇ ਹਾਂ, ਲਹੂ ਤੇ ਕਸ਼ੂ ਦੀ ਔਲਾਦ ਵਿੱਚ ਮਤਭੇਦ ਹੋ ਗਿਆ। ਜਿਹੜੀ ਕਸ਼ੂ ਦੀ ਔਲਾਦ ਸੀ, ਉਹਨਾਂ ਨੇ ਆਪਣੇ ਸ਼ਰੀਕਾਂ ਨੂੰ ਉਹਨਾਂ ਦੇ ਨਗਰ ਚੋਂ ਕੱਢ ਦਿੱਤਾ। ਤੇ ਜਦੋਂ ਦੁੱਖ ਸੁੱਖ ਬਣੇ ਨਾ, ਉਦੋਂ ਸਾਨੂੰ ਰਿਸ਼ਤੇਦਾਰ ਵੀ ਚੇਤੇ ਆਉਂਦੇ ਨੇ, ਉਦੋਂ ਦੋਸਤ ਮਿੱਤਰ ਵੀ ਚੇਤੇ ਆਉਂਦੇ ਨੇ, ਤੇ ਜਿਹੜੇ ਮਦਦ ਕਰਨ ਉਹ ਭੁੱਲਦੇ ਨਹੀਂ, ਤੇ ਜਿਨ੍ਹਾਂ ਨੇ ਚੁੱਭਵੀਂ ਗੱਲ ਕਹੀ ਹੋਵੇ ਉਹਨਾਂ ਦੀ ਯਾਦ ਵੀ ਨਹੀਂ ਭੁੱਲਦੀ ਵੀ ਮੈਨੂੰ ਆਹ ਗੱਲ ਕਹੀ ਸੀ। ਮੈਂ ਕਈ ਵਾਰ ਸਟੇਜਾਂ ਦੇ ਥਾਂ ਥਾਂ ਤੇ ਗੱਲ ਕਹੀ ਹੈ, ਆਪਣੀ ਹੱਡ ਬੀਤੀ। ਜਦੋਂ 84 ਦਾ ਅਟੈਕ ਹੋਇਆ ਨਾ, ਤੇ ਮੇਰਾ ਸਗਾ ਮਾਮਾ ਮੇਰੇ ਬਾਪ ਨੂੰ ਕਹਿ ਕੇ ਗਿਆ ਕਿ ਸਾਡੇ ਘਰ ਨਾ ਵੀ ਸਾਨੂੰ ਕਿਤੇ ਮਰਵਾ ਨਾ ਦੇ, ਅਜੇ ਨਾਨਕਿਆਂ ਦਾ ਘਰ ਹੈ। ਪਾਪ ਕੇ ਮੁਸੀਬਤ ਬਣੀ ਤੇ ਨਾਨਕੇ ਵੀ ਅੱਖਾਂ ਬਦਲ ਜਾਂਦੇ ਹਨ। ਇਹ ਮੇਰੀ ਆਪਣੀ ਹੱਡ ਬੀਤੀ, ਮੇਰਾ ਅੰਦਰ ਵਿੰਨਿਆ। ਮੈਂ ਤਾਂ ਥਾਂ ਤਾਂ ਗੱਲ ਕਰਦਾ ਹੁੰਦਾ, ਚੋਰ ਮੈਂ ਨਹੀਂ, ਠੱਗ ਮੈਂ ਨਹੀਂ। ਇੱਕ ਬ੍ਰਹਮ ਗਿਆਨੀ ਦੀ ਸੰਗਤ ਕੀਤੀ ਤੇ ਉਹਨਾਂ ਸ਼ਰਾਬੀਆਂ ਤੇ ਕਬਾਬੀਆਂ ਦਾ ਮਨ ਡਰਦਾ ਵੀ ਇਹਦੇ ਕਰਕੇ ਕਿਤੇ ਸਾਡੇ ਤੇ ਕੋਈ ਦੋਸ਼ ਨਾ ਲੱਗ ਜਾਏ। ਸ਼ਰੀਕਾਂ ਨੇ ਲਹੂ ਦੀ ਔਲਾਦ ਨੂੰ ਕੱਢਿਆ, ਵਿਚਾਰੇ ਪ੍ਰਦੇਸ਼ ਵਿੱਚ ਧੱਕੇ ਖਾਂਦੇ ਨੇ, ਔਰ ਉਸ ਇਲਾਕੇ ਦਾ ਨਾਮ ਸਰੌੜ ਕਰਕੇ ਲਿਖਿਆ। ਕੁਝ ਵਿਦਵਾਨਾਂ ਦਾ ਵਿਚਾਰ ਹੈ ਵੀ ਸ਼ਾਇਦ ਇਹ ਮਹਾਰਾਸ਼ਟਰ ਦਾ ਇਲਾਕਾ ਹੋਵੇ, ਕਿਉਂਕਿ ਸਮੇਂ ਦੇ ਨਾਲ ਇਲਾਕਿਆਂ ਦੇ ਨਾਮ ਬਦਲਦੇ ਰਹਿੰਦੇ ਹਨ। ਜਿਹੜਾ ਪਟਨਾ ਸਾਹਿਬ ਹੈ, ਮੇਰੀ ਆਪਣੀ ਪੜ੍ਹਾਈ ਦੇ ਮੁਤਾਬਕ ਇਹਦੇ ਹੁਣ ਤੱਕ 22 ਨਾਮ ਬਦਲ ਚੁੱਕੇ ਹਨ। ਇਸੇ ਤਰ੍ਹਾਂ ਜਿਹੜਾ ਪਸ਼ਾਵਰ ਹੈ, ਉਹਦੇ ਵੀ 22-23 ਨਾਂ ਹੁਣ ਤੱਕ ਬਦਲ ਚੁੱਕੇ ਨੇ। ਇਹ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਨੇ ਆਪਣੀ ਲਿਖਤ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ।
ਉੱਥੇ ਗਏ ਔਰ ਰਿਸ਼ਤੇਦਾਰੀ ਦੇ ਸੰਬੰਧ ਵਿੱਚ ਉੱਥੇ ਉਹਨਾਂ ਦੇ ਘਰ ਬੱਚਾ ਪੈਦਾ ਹੋਇਆ, ਉਹਦਾ ਨਾਮ ਸੋਢੀ ਰੱਖਿਆ। ਜਦੋਂ ਇਹ ਤੋਂ ਸੋਢੀ ਖਾਨਦਾਨ ਜਾਂ ਸੋਢੀ ਪਰੰਪਰਾ ਆਰੰਭ ਹੋਈ। ਯਾਦ ਰੱਖਣਾ, ਜਿਹੜਾ ਅੱਜ ਆ ਰਿਹਾ ਨਾ ਉਹ ਕੱਲ ਦਾ ਜੇਤੂ, ਜਿਹੜਾ ਅੱਜ ਦਾ ਜੇਤੂ ਕੱਲ ਨੂੰ ਹਾਰ ਵੀ ਸਕਦਾ ਹੈ। ਤੁਹਾਡੇ ਇਸ ਮੁਲਕ ਵਿੱਚ ਇੱਕ ਕੋਹ-ਨੂਰ ਹੀਰਾ ਹੈ, ਉਹਦੇ ਬਾਰੇ ਤੁਸੀਂ ਜਾਣਦੇ ਹੋ। ਇਹ ਕਦੇ ਕੋਹ-ਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਰਾਣੀ ਜਿੰਦ ਕੌਰ ਆਪਣੇ ਡੋਲੇ ਤੇ ਬੰਨ੍ਹ ਦਿੰਦੀ ਸੀ, ਜਿਹੜਾ ਤੁਹਾਡੇ ਪਿਆ ਹੈ, ਜਿਹੜਾ ਮਲਕਾ ਦੇ ਤਾਜ ਫਿੱਟ ਕੀਤਾ ਟੋਟੇ ਬਣਾ ਕੇ। ਸਮਾਂ ਆਇਆ ਉਹ ਰਾਣੀ ਜਿੰਦ ਕੌਰ ਜਿਹੜੀ ਮੋਢੇ ਤੇ ਕੋਹ-ਨੂਰ ਹੀਰਾ ਬੰਨ੍ਹਦੀ ਹੈ ਨਾ, ਉਹਨੇ ਮੰਦਿਰ ਵਿੱਚ ਆ ਕੇ ਪੁਜਾਰੀ ਦੇ ਕੋਲੋਂ ਪੇਟ ਪੂਰਤੀ ਲਈ ਕੁਝ ਮੰਗਿਆ ਤੇ ਪੁਜਾਰੀ ਨੇ ਆਖਿਆ, ਭੈਣ ਮੇਰੇ ਕੋਲ ਰੋਟੀ ਹੈ ਨਹੀਂ, ਚੌਲ ਬਣਾਏ ਸਨ ਸਵੇਰੇ, ਚੌਲਾਂ ਦੀ ਪਿੱਛ ਹੈ, ਲੈ ਸਕਦੀ ਤੇ ਲੈ ਲਾ, ਪਰ ਇਹ ਗੁਰਦੁਆਰਾ ਨਹੀਂ, ਇਹ ਮੰਦਿਰ ਹੈ। ਗੁਰਦੁਆਰੇ ਵਿੱਚ ਕੀ ਵਾਧਾ ਹੈ? ਵੱਖ-ਵੱਖ ਕੌਲੀਆਂ, ਵੱਖ-ਵੱਖ ਗਲਾਸ ਤੇ ਆਪਾਂ ਕਹਿੰਦੇ ਲਓ ਗੁਰਮੁਖੋ ਹੋਰ ਛਕੋ, ਪਰ ਉੱਥੇ ਭਾਂਡਾ ਨਹੀਂ ਸੀ। ਉਸ ਮਹਾਰਾਣੀ ਜਿੰਦ ਕੌਰ ਨੇ ਆਪਣਾ ਪੱਲਾ ਅੱਗੇ ਕੀਤਾ, ਚੌਲਾਂ ਦੀ ਪਿੱਛ ਪਾਈ ਤੇ ਮਹਾਰਾਣੀ ਜਿੰਦ ਕੌਰ ਨੇ ਉਹ ਚੌਲਾਂ ਦੀ ਪਿੱਛ ਨੂੰ ਚੱਟ ਕੇ ਆਪਣਾ ਪੇਟ ਭਰਿਆ। ਇਹ ਹਾਲਾਤ ਨੇ, ਜਿਨ੍ਹਾਂ ਦੇ ਚੰਗੇ ਉਹਨਾਂ ਦੇ ਮਾੜੇ, ਜਿਹਦੇ ਅੱਜ ਮਾੜੇ ਨੇ ਉਹਦੇ ਕੱਲ ਚੰਗੇ ਵੀ ਹੋ ਸਕਦੇ ਹਨ। ਉਹਨਾਂ ਨੇ ਆਪਣੇ ਨਾਨਕਿਆਂ ਦੀ ਮਦਦ ਨਾਲ ਮੁੜ ਕੇ ਲਾਹੌਰ ਤੇ ਕਬਜ਼ਾ ਕੀਤਾ। ਕੱਲਾ ਆਪਣੇ ਨਗਰ ਤੇ ਕਬਜ਼ਾ ਹੀ ਨਹੀਂ ਕੀਤਾ, ਜਿਨ੍ਹਾਂ ਸ਼ਰੀਕਾਂ ਨੇ ਪਿੰਡੋਂ ਕੱਢਿਆ ਸੀ ਉਹਨਾਂ ਦਾ ਸਾਰਾ ਕਾਰੋਬਾਰ ਉਹਨਾਂ ਕੋਲ ਖੋਹ ਕੇ ਉਹਨਾਂ ਨੂੰ ਘਰੋਂ ਬੇਘਰ ਕਰ ਦਿੱਤਾ। ਇਹ ਮਨੁੱਖੀ ਫਿਤਰਤ ਹੈ, ਸਾਡਾ ਸੁਭਾਅ ਹੈ। ਜਦੋਂ ਸੁੱਖ ਹੁੰਦਾ ਉਦੋਂ ਸਾਨੂੰ ਰੱਬ ਚੇਤੇ ਨਹੀਂ ਰਹਿੰਦਾ, ਜਦੋਂ ਅਸੀਂ ਦੁੱਖਾਂ 'ਚ ਗ੍ਰਸਤ ਹੋ ਜਾਈਏ ਉਦੋਂ ਸਾਨੂੰ ਰੱਬ ਵੀ ਚੇਤੇ ਆਉਂਦਾ ਹੈ। ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਦੁੱਖ ਦਾਰੂ ਸੁੱਖ ਰੋਗ ਭਇਆ। ਜਿਹਨੂੰ ਸ਼੍ਰੀ ਤੁਲਸੀਦਾਸ ਜੀ ਆਪਣੀ ਰਮਾਇਣ ਵਿੱਚ ਜ਼ਿਕਰ ਕਰਦੇ ਨੇ, ਜਿਹਦਾ ਨਾਮ ਹੈ ਰਾਮ ਚਰਿਤ੍ਰ ਮਾਨਸ, ਉਹ ਕਹਿੰਦੇ ਦੁੱਖ ਮੈਂ ਸਭ ਸਿਮਰਨ ਕਰੇ, ਸੁਖ ਮੈਂ ਕਰੇ ਨਾ ਕੋਏ, ਜੋ ਸੁਖ ਮੈਂ ਸਿਮਰਨ ਕਰੇ ਦੁੱਖ ਨਾ ਕਹੂੰ ਹੋਏ। ਦੁੱਖ ਦੇ ਮੌਕੇ ਤੇ ਹਰ ਬੰਦਾ ਰੱਬ ਨੂੰ ਚੇਤੇ ਕਰਦਾ ਹੈ, ਸੁੱਖ ਦੇ ਮੌਕੇ ਤੇ ਭੁੱਲ ਜਾਂਦਾ ਹੈ। ਸ਼੍ਰੀ ਤੁਲਸੀ ਜੀ ਕਹਿੰਦੇ, ਪਿਆਰਿਆ ਜੇ ਕਿਤੇ ਸੁੱਖ ਦੇ ਮੌਕੇ ਤੇ ਚੇਤੇ ਕਰੇ ਤੇ ਸ਼ਾਇਦ ਤੈਨੂੰ ਦੁੱਖ ਨਾ ਮਿਲੇ, ਪਰ ਜਿਹੜਾ ਗੁਰੂ ਘਰ ਹੈ ਨਾ ਇਹ ਘੁਮਿਆਰ ਵਰਗਾ ਹੈ। ਬੜੀ ਤੁਹਾਨੂੰ ਅਜੀਬੋ-ਗਰੀਬ ਦੀ ਉਦਾਹਰਨ ਮਿਲੇਗੀ ਕਿ ਘੁਮਿਆਰ ਵਰਗਾ ਕਿਉਂ ਕਿਹਾ। ਗੁਰਮੁਖੋਂ ਇਸ ਕਰਕੇ ਕਿਹਾ, ਜਦੋਂ ਘੁਮਿਆਰ ਭਾਂਡਾ ਘੜਦਾ ਨਾ ਉਦੋਂ ਘੁਮਿਆਰ ਉੱਪਰੋਂ ਸੱਟ ਵੀ ਮਾਰਦਾ ਤੇ ਥੱਲੇ ਭਾਂਡੇ ਦੇ ਹੱਥ ਵੀ ਦਿੰਦਾ ਹੈ। ਜੇ ਭਾਂਡੇ ਦੇ ਥੱਲੇ ਹੱਥ ਨਾ ਆਵੇ ਤਾਂ ਉਹ ਭਾਂਡਾ ਟੁੱਟ ਜਾਏਗਾ। ਮੈਂ ਜਦੋਂ ਕਿਤੇ ਕਿਸੇ ਮਰਗ ਤੇ ਕਥਾ ਕਰਨ ਜਾਵਾਂ ਨਾ ਉਦੋਂ ਮੈਂ ਬੇਨਤੀ ਕਰਦਾ ਨਾ ਵਾਹਿਗੁਰੂ ਅੱਗੇ ਵੀ ਵਾਹਿਗੁਰੂ ਜੇ ਸੱਟ ਮਾਰੀ ਤੇ ਹੁਣ ਥੱਲੇ ਹੱਥ ਵੀ ਰੱਖੀ। ਜਦੋਂ ਘੁਮਿਆਰ ਭਾਂਡਾ ਘੜਦਾ ਨਾ ਉਦੋਂ ਭਾਂਡੇ ਦੇ ਥੱਲੇ ਹੱਥ ਵੀ ਰੱਖਦਾ ਤੇ ਉੱਪਰੋਂ ਪੋਲੀ ਪੋਲੀ ਸੱਟ ਮਾਰਦਾ। ਸੱਟ ਇਸ ਕਰਕੇ ਮਾਰਦਾ ਵੀ ਭਾਂਡਾ ਘੜਿਆ ਜਾਏ ਤੇ ਹੱਥ ਥੱਲੇ ਤਾਂ ਰੱਖਦਾ ਕਿ ਭਾਂਡਾ ਟੁੱਟ ਨਾ ਜਾਏ। ਮੇਰੇ ਗੁਰਦੇਵ ਦੇ ਬੋਲ ਨੇ, ਆਪਾਂ ਪੜ੍ਹਦੇ ਹਾਂ ਗੁਰੂ ਕੀ ਬਾਣੀ 'ਚ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਥ ਕੋਈ ਭੱਜ ਖਲੇ, ਸਭੋ ਭੱਜੇ ਆਸਰਾ ਚੂਕ ਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਧਰਤੀ ਵਾਓ। ਜੇ ਕਿਤੇ ਉਸ ਮੌਕੇ ਵੀ ਇਹ ਜੀਵ ਨੂੰ ਮਨੁੱਖ ਨੂੰ ਰੱਬ ਚੇਤੇ ਆ ਜੇ ਧਰਤੀ ਵਾਹ ਨਹੀਂ ਲੱਗਦੀ। ਸੰਤ ਬਾਬਾ ਆਦਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਸ਼, ਉਹਨਾਂ ਦੇ ਬਾਰੇ ਸੁਣਿਆ ਵੀ ਉਹਨਾਂ ਨੇ ਜਦੋਂ ਇਹ ਸ਼ਬਦ ਪੜ੍ਹਨਾ ਨਾ ਤੇ ਨਾਲ ਹੀ ਉਹਨਾਂ ਧਾਰਨਾ ਲਾਉਣੀ, ਧਰਤੀ ਵਾਹ ਨਾ ਲੱਗਦੀ ਜੀ ਜਿਨ੍ਹਾਂ ਨੇ ਤੇਰਾ ਨਾਮ ਜਪਿਆ। ਇਹ ਧਾਰਨਾ ਸੀ ਉਹਨਾਂ ਮਹਾਂਪੁਰਸ਼ਾਂ ਦੀ। ਰੋਹ ਵਿਚਾਰ, ਉਹ ਲਹੂ ਦੀ ਔਲਾਦ ਵਾਲਿਆਂ ਨੇ
ਕੁਸ਼ੂ ਦੀ ਔਲਾਦ ਨੂੰ ਉਹਨਾਂ ਦੇ ਨਗਰੋਂ ਕੱਢ ਦਿੱਤਾ। ਜੋ ਕਸੂਰ ਸ਼ਹਿਰ ਮੇਰੇ ਪਿੰਡ ਤੋਂ 6 ਮੀਲ ਹੈ, ਹੁਣ ਵੀ ਉਹ ਚਲੇ ਗਏ। ਹੁਣ ਰਿਹਾ ਕੱਖ ਨਾ, ਹੁਣ ਰੱਬ ਚੇਤੇ ਆ ਗਿਆ, ਰੱਬ। ਔਰ ਉਹਨਾਂ ਨੇ ਉਸ ਆਪਣੇ ਜੀਵਨ ਨੂੰ ਇੰਨਾ ਸਫਲਾ ਕੀਤਾ ਕਿ ਉਹ ਬ੍ਰਹਮ ਵਿਦਿਆ ਪੜ੍ਹਦੇ ਪੜ੍ਹਦੇ ਬ੍ਰਹਮ ਵਿੱਚ ਲੀਨ ਹੋ ਗਏ, ਵੇਦਾਂ ਦੇ ਗਿਆਤਾ ਹੋ ਗਏ। ਜਿਹੜਾ ਵਿਦਵਾਨ ਹੁੰਦਾ ਉਹਦੀ ਥਾਂ ਥਾਂ ਦੀ ਪੂਜਾ ਹੁੰਦੀ ਹੈ। ਆ ਮੇਰੇ ਸਾਹਮਣੇ ਸਾਡੇ ਦੋ ਬਜ਼ੁਰਗ ਬੈਠੇ ਟਕਸਾਲ ਦੇ, ਜਿਹੜੇ ਸਾਡੇ ਨਾਲ ਬਹੁਤ ਸੀਨੀਅਰ ਨੇ। ਸੰਤ ਬਾਬਾ ਕਰਤਾਰ ਸਿੰਘ ਤੋਂ ਵੀ ਵੱਡੇ ਨੇ, ਗਿਆਨੀ ਪ੍ਰੀਤਮ ਸਿੰਘ ਜਿਹੜੇ ਮੇਰੇ ਉਸਤਾਦ ਤੇ ਚਾਚੇ ਸਨ, ਸੰਤ ਕਰਤਾਰ ਸਿੰਘ ਉਹਨਾਂ ਤੋਂ ਵੱਡੇ ਨੇ। ਇਹ ਬਜ਼ੁਰਗ ਮੇਰੇ ਆਪ ਸਤਿਕਾਰਯੋਗ, ਜਿਨ੍ਹਾਂ ਨੇ ਸੰਤ ਬਾਬਾ ਗੋਬਿੰਦ ਸਿੰਘ ਦੀ ਸੰਗਤ ਦਾ ਆਨੰਦ ਮਾਣਿਆ। ਸਾਨੂੰ ਉੱਥੇ ਇੱਕ ਪੰਕਤੀ ਪੜ੍ਹਾਈ ਜਾਂਦੀ ਸੀ, ਹਰ ਵਿਦਿਆਰਥੀ ਨੂੰ, ਮੂੜ ਪੂਜਨਿਜ ਧਾਮ ਮੈਂ, ਪੰਜ ਪੂਜਨਿਜ ਨਗਰ, ਭੂ ਪੂਜਨਿਜ ਦੇਸ਼ ਮੈਂ, ਪੂਜਤ ਗੁਣੀ ਸਮਗਰ। ਇਹਦੇ ਅਰਥ ਇਹ ਨਹੀਂ ਵੀ ਜਿਹੜਾ ਮੂਰਖ ਬੰਦਾ ਉਹਦੀ ਘਰ ਵਿੱਚ ਪੂਜਾ ਪੂਜਾ ਮੂਰਖ ਦੀ ਵੀ ਹੁੰਦੀ ਜੇ। ਕਿਉਂ? ਭਾਂਡੇ ਨਾ ਭੰਨਦੇ, ਕੱਪੜਿਆਂ ਨੂੰ ਅੱਗ ਨਾ ਲਾ ਦੇ, ਕੋਈ ਨਿਆਣਾ ਨਾ ਕੁੱਟ ਦੇਵੇ। ਆਪਾਂ ਕਹਿੰਦੇ ਜੋ ਲੈਣਾ ਲੈ ਲਾ ਭਾਈ, ਖੜਬਸਤੀ ਨਾ ਕਰ, ਰੌਲਾ ਨਾ ਪਾ। ਮੂਰਖ ਦੀ ਘਰ ਵਿੱਚ ਪੂਜਾ ਹੈ। ਜਿਹੜਾ ਪੰਚ ਹੁੰਦਾ, ਪਿੰਡ ਦਾ ਮੁਖੀਆ, ਸਰਪੰਚ, ਲੰਬਰਦਾਰ ਵਗੈਰਾ, ਆਪਾਂ ਪਿੰਡ ਦਾ ਆਗੂ ਜਾਣ ਕਰਕੇ ਉਹਦੀ ਇੱਜ਼ਤ ਕਰਦੇ ਆ। ਜਿਹੜਾ ਰਾਜਾ ਹੁੰਦਾ ਹੈ, ਸਾਰਾ ਨਗਰ ਸਤਿਕਾਰ ਕਰਦਾ ਵੀ ਆਪਣੇ ਦੇਸ਼ ਦਾ ਰਾਜਾ ਹੈ। ਪਰ ਜਿਹੜਾ ਗੁਣੀ ਹੁੰਦਾ ਹੈ ਨਾ, ਉਹ ਦੇਸ਼ਾਂ ਦੀਆਂ ਹੱਦਾਂ ਟੱਪ ਜਾਂਦਾ ਹੈ। ਉਹ ਜਿੱਥੇ ਵੀ ਜਾਂਦਾ ਉਹਦੇ ਹਰ ਥਾਂ ਤੇ ਸਤਿਕਾਰ ਹੁੰਦਾ, ਉਹਦੇ ਗੁਣ ਕਰਕੇ। ਜਦੋਂ ਇਹਨਾਂ ਲੋਕਾਂ ਨੇ ਉਸ ਵਿਦਿਆ ਨੂੰ ਧਿਆਨ ਨਾਲ ਪੜ੍ਹਿਆ, ਗੁਣੀ ਹੋ ਗਏ, ਥਾਂ ਥਾਂ ਤੇ ਚਰਚਾ ਹੋਈ, ਫਿਰ ਆਪਣੇ ਚੇਤੇ ਆਏ। ਬੜੀ ਸਧਾਰਨ ਜੀ ਮੈਂ ਗੱਲ ਕਰਨ ਲੱਗਾ, ਕਿਤੇ ਵੇਖਿਆ ਜੀ ਛਾਤੀ ਮਾਰ ਕੇ, ਜਿਹੜਾ ਕੋਈ ਨੇਕ ਤੇ ਗੁਣੀ ਬੰਦਾ ਹੋਵੇ ਨਾ, ਭਾਵੇਂ ਉਹ ਸਾਡੀ 10ਵੀਂ ਪੀੜ੍ਹੀ ਤੇ ਜਾ ਕੇ ਰਹੇ, ਆਪਾਂ ਕਹਿੰਦੇ ਮੇਰਾ ਚਾਚਾ ਲੱਗਦਾ ਹੈ, ਇਹ ਮੇਰਾ ਆਪਣਾ ਹੈ। ਤੇ ਜੇ ਸਗਾ ਚਾਚਾ ਮਾੜਾ ਹੋਵੇ ਨਾ, ਬਦਨਾਮ ਹੋਵੇ, ਤੇ ਆਪਾਂ ਕਹਿੰਦੇ ਆ ਸਾਡਾ ਤਾਂ ਚਾਚੇ ਨਾਲ ਮੇਲ ਮਿਲਾਪ ਹੀ ਹੈ ਨਹੀਂ, ਭਾਵੇਂ ਸਗਾ ਚਾਚਾ ਵੀ ਹੋਵੇ। ਕਹਿੰਦੇ ਸਾਡਾ ਮੇਲ ਮਿਲਾਪ ਹੀ ਹੈ ਨਹੀਂ, ਅਸੀਂ ਤਾਂ ਕਦੇ ਬੋਲੇ ਨਹੀਂ, ਅਸੀਂ ਤਾਂ ਕਦੇ ਕੰਧ ਨਹੀਂ ਟੱਪੇ ਉਹਨਾਂ ਦੀ। ਭਾਵ ਕਿ ਗੁਣੀ ਬੰਦੇ ਨੂੰ ਹਰ ਇੱਕ ਅਪਣਾਉਂਦਾ, ਆਪਣਾ ਕਹਿੰਦਾ। ਉਹ ਸ਼ਰੀਕ ਜਿਨ੍ਹਾਂ ਨੇ ਕਦੇ ਉਹਨਾਂ ਨੂੰ ਨਗਰ ਚੋਂ ਕੱਢਿਆ ਸੀ ਨਾ, ਹੁਣ ਅਚੇਤੇ ਤੌਰ ਤੇ ਸਿਨਿਆਂ ਦੇ ਕੇ ਬੁਲਾਇਆ, ਤੁਸੀਂ ਆਪਣੇ ਹੋ। ਉਹ ਭੱਜੀਆਂ ਬਾਹਾਂ ਫੇਰ ਵੀ ਗੱਲ ਨੂੰ ਆਉਂਦੀਆਂ ਨੇ, ਬਲੱਡ ਇਜ ਥਿਕਰ ਦੈਨ ਵਾਟਰ। ਆਪਣਾ ਖੂਨ ਹੈ ਪਗਰ ਗਿਆ, ਕਿਤੇ ਸਾਡੇ ਨਗਰ ਵੀ ਚਰਨ ਪਾਓ, ਕਿਤੇ ਸਾਡੇ ਤੇ ਵੀ ਕਿਰਪਾ ਕਰੋ। ਜਦੋਂ ਕਹਿੰਦੇ ਨੇ ਉਹਨਾਂ ਨੂੰ ਬੁਲਾਇਆ, ਉਹਨਾਂ ਨੇ ਆਣ ਕੇ ਵੇਦਾਂ ਦਾ ਵਿਖਿਆਨ ਕੀਤਾ, ਕਿਉਂਕਿ ਉਸ ਮੌਕੇ ਹਿੰਦੁਸਤਾਨ ਦਾ ਅਧਿਆਤਮਿਕ ਵਿਦਿਆ ਦਾ ਸਰੋਤ ਵੇਦ ਸਨ। ਉਹਨਾਂ ਦੇ ਕੋਲੋਂ ਕਥਾ ਸੁਣੀ, ਇੰਨੇ ਪ੍ਰਭਾਵਿਤ ਹੋਏ, ਕਹਿਣ ਲੱਗੇ ਅਸੀਂ ਕਥਾ ਦੀ ਤੁਹਾਨੂੰ ਕੀ ਭੇਟ ਦਈਏ। ਅਸੀਂ ਦੁਨੀਆ ਦੇ ਪਦਾਰਥ ਜਿਹੜੇ ਨੇ ਤੁਹਾਡੀ ਕਥਾ ਦੇ ਬਰਾਬਰ ਤੋਂ ਸਮਝਦੇ ਆ, ਤੇ ਸਾਡੀ ਬੇਨਤੀ ਵੀ ਕਥਾ ਦੀ ਭੇਟਾ ਤੁਸੀਂ ਰਾਜ ਹੀ ਲੈ ਲਓ। ਇਹ ਕਥਾ ਹੈ ਬਚਿੱਤਰ ਨਾਟਕ ਵਿੱਚ। ਕਹਿਣ ਲੱਗੇ ਕੋਈ ਗੱਲ ਨਹੀਂ ਗੁਰਮੁਖੋ, ਜੇ ਤੁਹਾਡੇ ਅੰਦਰ ਇੰਨੀ ਗੱਲ ਹੈ ਨਾ, ਸਮਾਂ ਆਏਗਾ ਇਸ ਕੁਰਬਾਨੀ ਦਾ ਤੁਹਾਨੂੰ ਮੁੱਲ ਮਿਲੇਗਾ। ਤੋ ਗੁਰਮੁਖੋ ਉਸ ਸੋਢੀ ਰਾਏ ਦੀ ਸੰਤਾਨ ਵਿੱਚ ਦੀਨ ਦੁਨੀਆ ਦੇ ਮਾਰਗ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਅਵਤਾਰ, ਮਾਤਾ ਦਇਆ ਕੌਰ ਦੀ ਕੁੱਖੋਂ ਬਾਬੇ ਹਰਦਾਸ ਦੇ ਘਰ ਹੋਇਆ। ਇਹਨਾਂ ਦੀ ਇੱਕ ਭੈਣ ਸੀ, ਇੱਕ ਇਹਨਾਂ ਦਾ ਭਰਾ ਸੀ। ਭੈਣ ਦਾ ਨਾਮ ਰਾਮਦਾਸੀ ਕਰਕੇ ਲਿਖਿਆ ਤੇ ਭਰਾ ਦਾ ਨਾਮ ਗੁਰਦਿਆਲ ਕਰਕੇ ਲਿਖਿਆ। ਆਪਾਂ ਕਈ ਵਾਰਾਂ ਬੜੇ ਲੰਮੇ ਦਾਅਵੇ ਕਰਦੇ ਆ, ਭੁੱਲ ਜਾਂਦੇ ਆ ਗੁਰੂ ਕੇ ਉਹਨਾਂ ਬਚਨਾਂ ਨੂੰ, ਹਮ ਆਦਮੀ ਹਾਂ ਇੱਕ ਤਮੀ ਮੋਤ ਨਾ ਜਾਣਾ। ਆਦਮੀ ਦਾ ਭਾਵ ਹੁੰਦਾ
ਦਮ ਆਉਣਾ, ਆਉਣਾ ਤੇ ਦਮ ਦਮ ਸਵਾਸ। ਦਮ ਆ ਗਿਆ ਤੇ ਆਦਮੀ ਨਾ ਆਇਆ ਤੇ ਕੁਝ ਵੀ ਨਹੀਂ। ਇਹ ਤਨ ਢੇਰੀ ਥਿੱਸੀ, ਇਹ ਮਿੱਟੀ ਦੀ ਇੱਕ ਨਿੱਕੀ ਜਿਹੀ ਢੇਰੀ ਬਣ ਜਾਂਦੀ ਹੈ। ਸਮਾਂ ਵਰਤਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪਿਤਾ ਜੀ ਸੱਚਖੰਡ ਪਿਆਨਾ ਕਰ ਗਏ, ਮਾਤਾ ਜੀ ਤੁਰ ਗਏ। ਨਾਨਕਿਆਂ ਦਾ ਰਿਸ਼ਤਾ ਬੜਾ ਗਾੜਾ ਹੁੰਦਾ ਜੇ ਸਮਝਿਆ ਜਾਏ ਤਾਂ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਨਾਨਕੇ ਅੰਮ੍ਰਿਤਸਰ ਦੇ ਲਾਗੇ ਪਿੰਡ ਹੈ ਬਾਸਰ ਕੇ, ਉਸ ਨਗਰ ਵਿੱਚ ਸਨ। ਮਮਤਾ ਨੇ ਝੰਜੋੜਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਨਾਨੀ ਆਪਣੇ ਦੋਹਤਿਆਂ ਦੀ ਦੋਹਤੀ ਨੂੰ ਨਾਲ ਲੈ ਕਰਕੇ ਆਪਣੇ ਘਰ ਆਈ। ਜਦੋਂ ਘਰ ਆਈ ਨਾ, ਘਰ ਬਣਨ ਲੱਗੀ ਤੇ ਜਿਹੜੀ ਨੂੰਹ ਸੀ ਉਹਨੇ ਬਹੁਤ ਕੜੇ ਲਫ਼ਜ਼ ਕਹੇ। ਇਹ ਕਥਾ ਇੱਕ ਵਾਰ ਮਸਕੀਨ ਸਾਹਿਬ ਨੇ ਭੰਜੀ ਸਾਹਿਬ ਕੀਤੀ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਮਾਮੀ ਨੇ ਗੁਰੂ ਰਾਮਦਾਸ ਪਾਤਸ਼ਾਹ ਦੀ ਨਾਨੀ ਨੂੰ ਆਖਿਆ ਬੇਬੇ। ਇਹ ਸਾਡੀ ਪੁਰਾਣੀ ਬੜੀ ਪਿਆਰੀ ਬੋਲੀ ਹੈ ਬੇਬੇ। ਇਹ ਬੇਬੇ ਮਾਂ ਨੂੰ ਵੀ ਕਿਹਾ ਜਾਂਦਾ ਤੇ ਬੇਬੇ ਵੱਡੀ ਭੈਣ ਨੂੰ ਵੀ ਕਿਹਾ ਜਾਂਦਾ। ਆਪਾਂ ਸਾਰੇ ਉਹ ਗੱਲ ਜਾਣਦੇ ਹਾਂ ਕਿ ਸਤਿਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਕਦੇ ਭੈਣ ਦਾ ਨਾਂ ਨਹੀਂ ਸੀ ਲਿਆ, ਬੇਬੇ ਜੀ ਕਹਿੰਦੇ ਸਨ। ਬੇਬੇ ਨਾਨਕੀ ਨੂੰ ਬੇਬੇ ਜੀ। ਔਰ ਨੂੰਹ ਨੇ ਆਪਣੀ ਸੱਸ ਨੂੰ ਆਖਿਆ ਬੇਬੇ ਤੂੰ ਘਰ ਦੀ ਮਾਲਕ ਹੈ, ਜੋ ਮਰਜ਼ੀ ਵਰਤ, ਜੋ ਮਰਜ਼ੀ ਖਾ, ਜੋ ਮਰਜ਼ੀ ਪਹਿਨ, ਪਰ ਜਿਹੜੇ ਦੋਹਤੇ ਤੇ ਦੋਹਤੀਆਂ ਨੂੰ ਨਾਲ ਲੈ ਕੇ ਆਈ ਆ ਨਾ, ਜਿਹੜੇ ਨਾਨਕੇ ਖਾ ਗਏ, ਇਹ ਸਾਡੀ ਮਾਫ ਕਰਨਾ, ਜਿਹੜੇ ਮਾਪੇ ਖਾ ਕੇ ਸਾਡੇ ਕੀ ਲੱਗਦੇ ਹਨ। ਪਰ ਗੁਰਮੁਖੋ ਉਹ ਮਾਮੀ ਕੀ ਜਾਣੇ ਜਿਸ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਵਾਸਤੇ ਮਾਮੀ ਨੇ ਬੂਹਾ ਬੰਦ ਕੀਤਾ ਹੈ। ਅੱਜ ਉਸ ਗੁਰੂ ਰਾਮਦਾਸ ਦਾ ਦਰ ਸਾਰੀ ਸ੍ਰਿਸ਼ਟੀ ਦੀ ਅੱਠੇ ਪਰ ਖੁੱਲਾ ਰਹਿੰਦਾ ਹੈ। ਇਹ ਕੌਣ ਜਾਣ ਸਕਦਾ ਹੈ। ਉਹ ਗੁਰੂ ਰਾਮਦਾਸ ਜਦੋਂ ਆਪਣੇ ਨਾਨਕਿਆਂ ਦੇ ਘਰ ਵੜਨ ਲੱਗਾ ਤੇ ਮਾਮੀ ਨੇ ਆਖਿਆ ਮਾਂ ਬੇਬੇ ਜਿਹੜੇ ਸਾਡੀ ਨਨਾਣ ਖਾ ਗਏ, ਨਨਾਣ ਵਈਆ ਖਾ ਗਏ, ਕੀ ਪਤਾ ਨਾਨਕਿਆਂ ਦੇ ਭਾਰੂ ਹੋ ਜਾਣ। ਤੂੰ ਘਰ ਦੀ ਮਾਲਕ ਹੈ, ਜਮ ਜਮ ਖਾ, ਜਮ ਜਮ ਪਹਿਨ, ਪਰ ਇਹਨਾਂ ਦਾ ਬੋਝ ਨਹੀਂ ਝੱਲਿਆ ਜਾਣਾ। ਸਾਡੇ ਸਿੱਖ ਵਿਦਵਾਨ ਕਹਿੰਦੇ ਕਿ ਉਹ ਮਾਮੀ ਭੋਲੀ ਕੀ ਜਾਣੇ ਜਿਸ ਗੁਰੂ ਰਾਮਦਾਸ ਲਈ ਨਾਨਕਿਆਂ ਨੇ ਬੂਹਾ ਬੰਦ ਕੀਤਾ ਹੈ। ਉਸ ਗੁਰੂ ਰਾਮਦਾਸ ਦਾ ਦਰਵਾਜ਼ਾ तमाम सृष्टि वास्ते अठे पर खुला रहेगा। गुरमुखो एक पासे नाम का लंगर, अठे पर कीर्तन, बड़े मंदिर ने कोई गिनती नहीं। पर दोपहर के टाइम से कहते भगवान आराम कर रहा, बूहा बंद है। उस मंदिर दे विच भगवान राम नहीं करता, दुनिया की सार लेंदा है। उस गुरु रामदास पातशाह का लंगर अठे पैर खुला रहिंदा है। जदों ये गल मामिया ने कही ना, ते साडा एक पंजाबी का बड़ा मशहूर अखावत हुंदी सी, हमसाए मां तो जाए। हमसाए का भाव हुंदा सी गुआंढी पड़ोसी, जिन्होंने तुसीं नेबर कहदे हो। ਜਿਹੜੇ ਗਵਾਂਢੀ ਹੁੰਦੇ ਨੇ ਓਪਰੇ ਨਹੀਂ ਹੁੰਦੇ, ਉਹ ਮਾਂ ਪਿਓ ਜਾਏ ਹੁੰਦੇ ਨੇ। ਕਿਉਂਕਿ ਸਾਡੇ 'ਚ ਇਹ ਵੀ ਕਹਾਵਤ ਹੈ ਪੰਜਾਬੀ 'ਚ, ਕੋਈ ਕੁੜਮ ਕਪੱਤਾ ਹੋਵੇ ਗੁਆਂਢ ਪਤਾ ਨਹੀਂ ਚਾਹੀਦਾ, ਕਿਉਂ ਕੁੜਮਾਂ ਨਾਲ ਤਾਂ ਕਦੇ ਕਦੇ ਵਰਤਣਾ ਤੇ ਗੁਆਂਢੀਆਂ ਨਾਲ ਤਾਂ ਰੋਜ਼ ਬਾਹ ਪੈਂਦਾ। ਇਹ ਸਾਡੀ ਪੰਜਾਬੀ ਬੋਲੀ ਦੀ ਕਹਾਵਤ ਹੈ। ਉਸ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਨਕਿਆਂ ਦੇ ਗਵਾਂਢੀ ਸਨ ਬਾਬਾ ਅਮਰਦਾਸ ਜੀ। ਉਹਨਾਂ ਦੇ ਕੰਨਾਂ 'ਚ ਆਵਾਜ਼ ਪਈ ਤੇ ਜਿਹੜੀ ਆਪਣੀ ਬੋਲੀ ਹੈ ਕਹਿਣ ਲੱਗੇ, ਭਾਬੀ ਕੀ ਕਹਿੰਦੀ ਹੈ ਨੋ ਰਾਣੀ। ਉਹਨੇ ਬੋਲੀ ਇਹ ਨਹੀਂ ਸਖਤ ਆਖੀ ਤੇ ਸੱਸ ਤੋਂ ਗੱਲ ਨਾ ਹੋਈ, ਉਹਦਾ ਗਲਾ ਭਰ ਗਿਆ। ਤੇ ਬਾਬਾ ਅਮਰਦਾਸ ਕਹਿਣ ਲੱਗੇ, ਭਾਬੀ ਇਹ ਸਾਡੇ ਵੀ ਭਾਣਜੇ ਹਨ। ਕਿਉਂਕਿ ਮੈਂ ਇੱਕ ਆਮ ਤਕਰੀਬਨ ਬੇਨਤੀ ਕਰਦਾ ਰਹਿਣਾ, ਇੱਕ ਜ਼ਮਾਨਾ ਸੀ ਕਿ ਪਿੰਡ ਦਾ ਦੋਹਤਾ ਸਾਰਿਆਂ ਦਾ ਦੋਹਤਾ, ਪਿੰਡ ਦਾ ਜਵਾਈ ਸਾਰਿਆਂ ਦਾ ਜਵਾਈ ਹੁੰਦਾ ਸੀ।
ਕਿਸੇ ਗਰੀਬ ਦੇ ਜਵਾਈ ਨੇ ਆਉਣਾ ਸਹੁਰਿਆਂ ਦੇ ਪਿੰਡ, ਤੇ ਲੰਬਰਦਾਰ ਖੇਤਾਂ ਦੇ ਵਿੱਚ ਫੇਰਾ ਮਾਰ ਰਿਹਾ ਤੇ ਉਹਨੇ ਕਹਿਣਾ, ਪ੍ਰਾਹੁਣਿਆ ਤੂੰ ਭਾਈ ਸਾਡੇ ਪਿੰਡ ਦਾ ਜਵਾਈ ਹੈ, ਘੋੜੀ ਤੇ ਚੜ੍ਹ ਕੇ ਜਾ, ਮੈਂ ਤੁਰ ਕੇ ਆ ਜਾਵਾਂਗਾ। ਇਹ ਸਾਡਾ ਸਮਾਜ ਸੀ। ਸਮਾਜ ਜਿਹੜਾ ਪਿੰਡ ਦਾ ਦੋਹਤਰਾ ਹੁੰਦਾ ਸੀ, ਕਿਸੇ ਦੇ ਘਰ ਚਲਾ ਜਾਵੇ ਤੇ ਕਹਿਣਾ ਆਪਣਾ ਦੋਹਤਰਵਾਨ ਹੈ। ਅੱਜ ਅਸੀਂ ਭਰਾ ਦੇ ਦੋਹਤੇ ਨੂੰ ਆਪਣਾ ਦੋਹਤਾ ਕਹਿ ਕੇ ਰਾਜੀ ਨਹੀਂ। ਅੱਜ ਭਰਾ ਦੇ ਜਵਾਈ ਨੂੰ ਜਵਾਈ ਕਹਿ ਕੇ ਰਾਜੀ ਨਹੀਂ। ਤੇ ਬਾਬੇ ਅਮਰਦਾਸ ਨੇ ਆਖਿਆ, ਭਾਬੀ ਕੀ ਹੋ ਗਿਆ? ਜੇ ਧੀ ਰਾਣੀ ਇਸ ਤਰ੍ਹਾਂ ਕਹਿੰਦੀ ਤੇ ਸਾਡੇ ਵੀ ਕੁਝ ਲੱਗਦੇ ਹਨ। ਸਮਾਂ ਆਪਣੀ ਚਾਲ ਚੱਲਿਆ, ਕਿਉਂਕਿ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਦੇ ਸੰਬੰਧ ਵਿੱਚ ਵਿਚਾਰ ਕਰ ਰਹੇ ਹਾਂ। ਬਾਬਾ ਅਮਰਦਾਸ ਜੀ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਆਗਿਆ ਦੇ ਨਾਲ ਉਹਨਾਂ ਨੇ ਗੋਇੰਦਵਾਲ ਨਗਰ ਵਸਾਇਆ, ਜਿਹਦੇ ਬਾਰੇ ਅਸੀਂ ਪੰਕਤੀਆਂ ਪੜ੍ਹਦੇ ਹਾਂ ਗੁਰੂ ਕੀ ਬਾਣੀ ਚ। ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਓ। ਇਹਦੀ ਵਿਆਖਿਆ ਕਿਤੇ ਫਿਰ ਗੁਰੂ ਨੂੰ ਭਾਈ ਦੀ ਕਰਾਂਗੇ। ਉਸ ਨਗਰ ਦੀ ਸੇਵਾ ਚੱਲ ਰਹੀ ਹੈ। ਬਾਬਾ ਅਮਰਦਾਸ ਦੀ ਆਗਿਆ ਮੁਤਾਬਕ ਆਪਣੀ ਨਾਨੀ ਦੇ ਨਾਲ ਗੁਰੂ ਰਾਮਦਾਸ ਚਲੇ ਗਏ। ਮੈਂ ਨਾਲ ਜ਼ਿਕਰ ਕੀਤਾ ਵੀ ਗੁਰੂ ਰਾਮਦਾਸ ਪਾਤਸ਼ਾਹ ਦੀ ਇੱਕ ਭੈਣ ਦਾ ਜ਼ਿਕਰ ਕੀਤਾ ਸਾਡੇ ਇਤਿਹਾਸਕਾਰਾਂ ਨੇ। ਉਹਦਾ ਨਾਮ ਰਾਮਦਾਸੀ ਲਿਖਿਆ ਹੈ, ਭਰਾ ਦਾ ਨਾਮ ਗੁਰਦਿਆਲ ਸੀ। ਇਹ ਵਿਚਾਰ ਇੱਕ ਗੱਲ ਨੂੰ ਹੋਰ ਵੀ ਕੰਡੈਮ ਕਰਦਾ, ਜਿਹੜਾ ਆਪਾਂ ਕਹਿੰਦੇ ਨੇ ਵੀ ਜੇਠਾ ਨਾਂ ਸੀ। ਇਹ ਭੈਣਾਂ ਤੇ ਭਰਾਵਾਂ ਦੇ ਆਮ ਨਾਂ ਮਿਲਦੇ ਨੇ। ਜੇਠਾ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਵੱਡੇ ਨੂੰ ਜੇਠਾ ਕਹਿੰਦੇ ਹਨ ਆਪਣੇ ਪੰਜਾਬੀ 'ਚ। ਜਿਹੜਾ ਕੋਈ ਪਰਿਵਾਰ ਵਿੱਚ ਵੱਡਾ ਲੜਕੀ ਹੋਵੇ ਜਾਂ ਲੜਕਾ ਹੋਵੇ ਨਾ, ਤੇ ਆਪਾਂ ਕਹਿੰਦੇ ਸਨ ਸਾਡੀ ਕੁੜੀ ਜੇਠੀ ਹੈ, ਇਹ ਸਾਡਾ ਕਾਕਾ ਜੇਠਾ। ਜੇਠਾ ਤੂੰ ਭਾ ਵੱਡਾ। ਹੋਇਆ ਕਿ ਨਿਰੰਤਰ ਸੇਵਾ ਕਰਦੇ ਤੇ ਨਾਲੇ ਘੁੰਗਣੀਆਂ ਵੇਚਦੇ ਨੇ, ਕਿਉਂਕਿ ਸਾਡਾ ਗੁਰੂ ਕਹਿੰਦਾ ਹੈ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ। ਗੁਰੂ ਨਾਨਕ ਦਾ ਘਰ ਵਿਹਲਿਆਂ ਦਾ ਧਰਮ ਨਹੀਂ, ਕਿਰਤੀਆਂ ਦਾ ਧਰਮ ਹੈ। ਸਮਾਂ ਆਪਣੀ ਚਾਲ ਚੱਲਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀਆਂ ਦੋ ਸਪੁੱਤਰੀਆਂ ਨੇ, ਬੀਬੀ ਦਾਨੀ ਜੀ, ਬੀਬੀ ਰਾਮੀ ਜੀ, ਔਰ ਦੋ ਸਾਹਿਬਜ਼ਾਦੇ ਨੇ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ। ਸਾਡੀ ਮਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਬੇਟੀ ਵਰਦੇ ਯੋਗ ਹੋਈ, ਔਰ ਉਸ ਬੇਟੀ ਨੂੰ ਵੇਖ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਮਹਿਲ ਮਾਤਾ ਮਨਸਾ ਦੇਵੀ ਕਹਿਣ ਲੱਗੇ, ਸਵਾਮੀ ਜੀ ਆਪਣੀ ਬੇਟੀ ਵਰਦੇ ਯੋਗ ਹੈ ਤੇ ਆਪਾਂ ਨੂੰ ਇਹਨਾਂ ਵਾਸਤੇ ਕੋਈ ਵਰ ਘਰ ਲੱਭਣਾ ਚਾਹੀਦਾ ਹੈ। ਆਪਣੀ ਧਰਮ ਪਤਨੀ ਮਾਤਾ ਮਨਸਾ ਦੇਵੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਮਨਸਾ ਦੇਵੀ ਧੀਆਂ ਦੇ ਸੁਭਾਅ ਦਾ ਮਾਵਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ। ਤੁਸੀਂ ਵੀ ਆਖਰਕਾਰ ਸੁਝਾਅ ਦਿਓ, ਕਿਉਂਕਿ ਤੁਹਾਡੀ ਵੀ ਧੀ ਹੈ ਤੇ ਮੇਰੀ ਵੀ ਧੀ ਹੈ। ਬੇਟਾ ਕਿਹੋ ਜਿਹਾ ਹੋਵੇ। ਤੇ ਮਾਤਾ ਮਨਸਾ ਦੇਵੀ ਨੇ ਸੁਭਾਵਿਕ ਵਚਨ ਕੀਤੇ ਕਿ ਜਿਹੜਾ ਲਾਹੌਰ ਵਾਲਾ ਰਾਮਦਾਸ ਹੈ ਨਾ, ਅਗਰ ਉਹੋ ਜਿਹਾ ਆਪਾਂ ਨੂੰ ਵਰ ਮਿਲ ਜੇ ਤੇ ਬਹੁਤ ਵਧੀਆ ਰਹੇਗਾ, ਉਹੋ ਜਿਹਾ। ਤੇ ਜਦੋਂ ਇਹ ਗੱਲ ਕਹੀ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਮਨਸਾ ਦੇਵੀ ਆਪਣਾ ਦਾ ਕਾਰਜ ਆਪਣੇ ਆਪ ਹੀ ਸੌਰ ਗਿਆ। ਕਿਉਂ? ਕਿਉਂਕਿ ਤੁਸਾਂ ਕਿਹਾ ਹੈ ਕਿ ਜਿਹੜਾ ਲਾਹੌਰ ਵਾਲਾ ਰਾਮਦਾਸ ਹੈ ਉਹੋ ਜਿਹਾ ਆਪਾਂ ਨੂੰ ਵਰ ਕਰ ਮਿਲ ਜੇ ਤੇ ਚੰਗਾ ਰਹੇਗਾ, ਤੇ ਫਿਰ ਉਹਦੇ ਵਰਗਾ ਉਹੋ ਹੀ ਹੈ। ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ। ਹੋਇਆ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੀ ਬੇਟੀ ਸਾਡੀ ਮਾਂ ਭਾਨੀ ਦਾ ਆਨੰਦ ਕਾਰਜ ਕੀਤਾ। ਔਰ ਵਿਸ਼ੇਸ਼ ਕਰਕੇ ਜਿਹੜੀ ਗੱਲ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ ਚੋਂ ਆਪਾਂ ਨੂੰ ਚੁਣਨੀ ਚਾਹੀਦੀ ਹੈ, ਵੈਸੇ ਤਾਂ ਗੁਰੂ ਕੀ ਹਰ ਵਚਨ ਹੀ ਬਕੀਮਤਾ ਹੈ, ਲੇਕਿਨ ਮੈਂ ਸਮਝਦਾ ਕਿ ਇਹ ਇੱਕ ਰੀੜ੍ਹ ਦੀ ਹੱਡੀ ਹੈ। ਬਹੁਤ ਉੱਤਮ ਵਿਚਾਰ ਹਨ ਜਿਹਦੀ ਕੋਈ ਕੀਮਤ ਹੀ ਨਹੀਂ। ਸ਼ਾਦੀ ਹੋਈ, ਆਪਾਂ ਭਾਵੇਂ ਗਰੀਬ ਹੋਈਏ ਭਾਵੇਂ ਅਮੀਰ ਹੋਈਏ,
ਲੇਕਿਨ ਹਰ ਬੰਦਾ ਆਪਣੀ ਹਸੀਅਤ ਦੇ ਮੁਤਾਬਕ ਆਪਣੀ ਬੱਚੀ ਨੂੰ ਕੁਝ ਨਾ ਕੁਝ ਦਾਜ ਦਿੰਦਾ ਹੈ, ਭਾਵੇਂ ਕੋਈ ਮੰਗੇ ਜਾਂ ਨਾ ਮੰਗੇ। ਪਹਿਲੀ ਗੱਲ ਤਾਂ ਸਾਡੀ ਇੱਕ ਸਟੰਟਬਾਜ਼ੀ ਇਹ ਹੈ ਵੀ ਉੱਪਰੋਂ ਤਾਂ ਕਹਿੰਦੇ ਵੀ ਸਾਨੂੰ 3 ਕੱਪੜੇ ਚਾਹੀਦੇ, ਜਿਹਨੇ ਧੀ ਦਿੱਤੀ ਉਹਨੂੰ ਕੁਝ ਲੁਕਾਇਆ ਨਹੀਂ, ਲੇਕਿਨ ਇਨਡਾਇਰੈਕਟ ਕਹੀ ਜਾਂਦੇ ਆ ਸੱਸ ਕਹਿੰਦੀ ਕੁੜੀਏ ਰਜਾਈਆਂ ਤਾਂ ਲੈ ਆਪਣੇ ਪੇਕਿਆਂ ਤੋਂ, ਰਜਾਈਆਂ ਤਾਂ ਸਾਡੀਆਂ ਲੈ ਗਈਆਂ ਨਾ। ਇਨਡਾਇਰੈਕਟ ਚੋਭਾ ਮਾਰਦੇ ਨੇ ਅੱਜ, ਭਾਵੇਂ ਕਿੰਨਾ ਵੀ ਘਰ ਵਿੱਚ ਹੋਵੇ। ਸੰਤੋਖ ਹੈ ਨਹੀਂ, ਸੰਤੋਖ ਹੈ ਨਹੀਂ। ਥਾਂ ਥਾਂ ਤੇ ਬੀਬੀਆਂ ਸਹੁਰਿਆਂ ਦੀਆਂ ਸਤਾਈਆਂ ਹੋਈਆਂ ਖੁਦਕਸ਼ੀਆਂ ਕਰਦੀਆਂ ਨੇ। ਪੰਜਾਬ 'ਚ ਆਪਾਂ ਅੱਜ ਵੇਖਦੇ ਹਾਂ ਨਕਲੀ ਤਿਆਗ, ਨਕਲੀ ਤਿਆਗ। ਜੇ ਛਾਪ ਨਾ ਪਾਈ ਜਾਵੇ ਤੇ ਕਹਿੰਦੇ ਨੇ ਕੁੜਮ ਦੇ ਹੱਥ ਹੀ ਹਰੇ ਨਹੀਂ ਕੀਤੇ, ਪਤਾ ਨਹੀਂ ਹੱਥਾਂ ਨੂੰ ਕੀ ਅੱਗ ਲੱਗੀ ਸੀ। ਇਨਡਾਇਰੈਕਟ ਮੰਗ ਹੈ। ਮੈਂ ਇਸ ਗੱਲ ਨੂੰ ਵਧਾਵਾਂ ਨਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੀ ਬੇਟੀ ਮਾਤਾ ਭਾਨੀ ਜੀ ਦਾ ਆਨੰਦ ਕਾਰਜ ਕੀਤਾ ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਕਹਿਣ ਲੱਗੇ, ਬੇਟਾ ਤੈਨੂੰ ਧੀ ਦੇ ਕੇ ਪੁੱਤ ਬਣਾਇਆ। ਜਿਹੜਾ ਜਵਾਈ ਹੁੰਦਾ ਨਾ ਉਹਦੇ ਬਾਰੇ ਅਸੀਂ ਇੱਕ ਸਮਾਜਿਕ ਲਫ਼ਜ਼ ਕਹਿੰਦੇ ਆ, ਧੀ ਦੇ ਕੇ ਪੁੱਤ ਬਣਾਉਣਾ। ਬਣਦੇ ਬੜੇ ਘੱਟ ਨੇ ਪਰ ਕਹਿੰਦੇ ਜ਼ਰੂਰ ਆ। ਭਾਵੇਂ ਕਰ ਮੂੰਗੀ ਦਾਲ ਨਾ ਖਾਣ ਤੇ ਸਹੁਰਿਆਂ ਦੇ ਘਰ ਆ ਕੇ ਆਖਣਗੇ ਮੈਨੂੰ ਆਹ ਚਾਹੀਦਾ, ਉਹਨਾਂ ਖਵਾਇਆ ਕੱਖ ਨਹੀਂ ਵੀ ਤੇਰੀ ਭੁੱਖ ਨਿਕਲ ਜਾਏ। ਇੱਥੇ ਮੈਂ ਮੂੰਹ ਆਈ ਗੱਲ ਰੁਕਣੀ ਨਹੀਂ, ਵੈਸੇ ਫੱਬਦੀ ਨਹੀਂ। ਮੈਂ ਆਪਣੇ ਸਹੁਰਿਆਂ ਦੇ ਘਰ ਗਿਆ, ਜਿਵੇਂ ਸਾਡਾ ਪੰਜਾਬ ਦਾ ਰਿਵਾਜ ਨੂੰ ਸੱਸ ਮੇਰੀ ਨੇ ਬਿਸਤਰਾ ਵਿਛਾਇਆ ਤੇ ਮੈਂ ਕਿਹਾ ਮਾਤਾ ਜੀ ਤੁਸੀਂ ਮੈਨੂੰ ਹਸਪਤਾਲ ਤੋਂ ਲੈ ਕੇ, ਮੈਂ ਮਰੀਜ਼ ਆ, ਜੇ ਮੰਜਾ ਢਾਇਆ ਨਾ ਤੇ ਮੈਂ ਕਿਹਾ ਵੀ ਹਸਪਤਾਲ ਤੋਂ ਲੈ ਕੇ, ਮੈਂ ਕਿਹਾ ਮਾਤਾ ਜੀ ਮੈਂ ਮਰੀਜ਼ ਨਹੀਂ, ਤੁਸੀਂ ਮੈਨੂੰ ਧੀ ਦਿੱਤੀ ਤੇ ਮੈਂ ਵਾਅਦਾ ਕਰਦਾ ਜਿੰਨਾ ਚਿਰ ਮੇਰੇ ਪ੍ਰਾਣ ਨੇ ਮੈਂ ਤੁਹਾਡਾ ਦਰਵਾਜ਼ਾ ਸਿਰ ਨਵਾ ਕੇ ਲੰਘਾਂਗਾ, ਕਿਉਂਕਿ ਤੁਸੀਂ ਮੈਨੂੰ ਧੀ ਦਿੱਤੀ ਹੈ ਤਾਂ ਬੋਲੀ ਕੋਈ ਨਹੀਂ। ਇਹਨੇ ਧੀ ਦਿੱਤੀ ਨਾ, ਉਹਨੇ ਕੁਝ ਰੱਖਿਆ ਨਹੀਂ, ਪਰ ਆਪਾਂ ਧੀ ਦੇ ਕੇ ਲੈ ਕੇ ਵੀ ਸੰਤੁਸ਼ਟ ਨਹੀਂ, ਕਿਤੇ ਗੁਰੂ ਸਾਨੂੰ ਸਮਤ ਦੇਵੇ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਪੁੱਤਰ ਕੁਝ ਨਾ ਕੁਝ ਮੰਗ। ਜੋ ਗੁਰੂ ਰਾਮਦਾਸ ਪਾਤਸ਼ਾਹ ਨੇ ਮੰਗਿਆ ਆਪਾਂ ਨੂੰ ਉਹ ਮੰਗਣਾ ਚਾਹੀਦਾ ਹੈ। ਕੀ ਮੰਗਿਆ? ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ। ਮੇਰੇ ਮਾਲਕਾ ਮੈਨੂੰ ਸ਼ਰਮਿੰਦਿਆ ਨਾ ਕਰ, ਤੂੰ ਸਤਿਪੁਰਖ ਹੈ, ਮੈਂ ਤੇਰਾ ਨਿਮਾਣਾ ਦਰਦਾ ਸੇਵਕ ਹਾਂ, ਮੈਂ ਸਹੁਰਾ ਕਰਕੇ ਨਹੀਂ ਮੈਂ ਗੁਰੂ ਕਰਕੇ ਤੁਹਾਨੂੰ ਬੇਨਤੀ ਕਰਦਾ ਹੈ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਤੂੰ ਸਤਿਪੁਰਖ ਹੈ, ਮੇਰਾ ਸਤਿਗੁਰੂ ਹੈ ਤੇ ਮੈਂ ਤੁਹਾਨੂੰ ਕੀ ਕਵਾਂ, ਗੁਰੂ ਦੀ ਅੱਗੇ ਬੇਨਤੀ ਕਰਨੀ ਬਣਦੀ ਹੈ। ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ, ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ। ਜੇ ਤਰੁੱਠਾਂ ਮੈਂ ਇੱਕ ਕਿਰਮ ਵਰਗਾ ਹਾਂ। ਆਪਾਂ ਗੁਰੂ ਕੀ ਬਾਣੀ ਚ ਕਿਰਮ ਤੇ ਕੀੜਾ ਲਫ਼ਜ਼ ਪੜ੍ਹਦੇ ਆ ਨਾ, ਸਾਨੂੰ ਕਿਰਮ ਦਾ ਅਰਥ ਟਕਸਾਲ ਵਿੱਚ ਪੜ੍ਹਾਇਆ ਗਿਆ ਗੰਦਗੀ ਦਾ ਕੀੜਾ, ਗੰਦਗੀ ਦਾ ਕੀੜਾ। ਔਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਬੜੇ ਪਿਆਰੇ ਬਚਨ ਨੇ, ਜਦੋਂ ਕਿਤੇ ਪੜ੍ਹੀਏ ਨਾ ਤੇ ਮਨ ਚ ਵਿਰਾਗ ਆ ਜਾਂਦਾ ਹੈ। ਜੋ ਹਮਰੀ ਬਿਤ ਹੋਤੀ ਮੇਰੇ ਸਤਿਗੁਰਾ, ਸਾਬੇ ਤੁਮ ਹਰ ਜਾਣੋ ਆਪੇ, ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਹਜ਼ੂਰ ਕਹਿਣ ਲੱਗੇ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ, ਸਤਿਗੁਰ ਸਰਨਾਈ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਤੇ ਸ਼ਰਨ ਵਿੱਚ ਆ ਕੇ ਕੀ ਲੈਣਾ? ਕਰ ਦਇਆ ਨਾਮ ਪ੍ਰਗਾਸ। ਮੇਰੇ ਤੇ ਦਇਆ ਕਰ। ਕਿਉਂ? ਕਿਉਂਕਿ ਜਿਹੜਾ ਧਰਮ ਹੈ ਨਾ, ਧਰਮ ਦੀ ਮਾਂ ਦਇਆ। ਆਪਾਂ ਪੜ੍ਹਦੇ ਹਾਂ ਧੌਲ ਧਰਮ ਦਇਆ ਕਾ ਪੂਤ। ਕਰ ਦਇਆ ਨਾਮ ਪ੍ਰਕਾਸ਼, ਮੇਰੇ ਅੰਦਰ ਨਾਮ ਦਾ ਚਾਨਣ ਹੋ ਜਾਏ। ਕਿਉਂਕਿ ਜਿੱਥੇ ਚਾਨਣ ਹੋਵੇਗਾ ਨਾ, ਉੱਥੇ ਵਕਾਰਾਂ ਰੂਪੀ ਚੋਰ ਨਹੀਂ ਆਉਣਗੇ। ਚੋਰ ਹਨੇਰੇ ਵਾਲੀ ਜਗ੍ਹਾ ਵਿੱਚ ਆਏਗਾ। ਜਦੋਂ ਇਹ ਗੱਲ ਕਹੀ ਨਾ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਦਲਾਸਾ ਦੇ ਕੇ ਆਖਿਆ, ਕਹਿਣ ਲੱਗੇ, ਪੁੱਤਰ ਕਈ ਵਾਰ ਕਾਹਲੀ ਚ ਬੰਦਾ ਸੰਗ ਜਾਂਦਾ ਹੈ, ਤੂੰ ਸੰਗ ਨਾ,
मैनू सोच के दस, सोच के, जिवें आपां कहने भी मेरे मूँह निकल गया, मूँहों निकल गया, ये अपनी बोली है। गुरु रामदास पातशाह तो गुरु अमरदास पातशाह ने आख्या ना पुत्र विचार के गल कह, तेरियां लोड़ां ने मैं समझदा तेरे ते भरा दा बोझ है, भैन दा बोझ है, माता पिता का साया तेरे सिर ते नहीं, तेरियां लोड़ां ने। उन्होंने उसे गल नूं रिपीट किया, दोहराया, हर के जन सतगुर सतपुरखा बिनु करूं गुर पास, हम कीरी किरन सतगुर शरणाई, कर दया नाम प्रकाश, मेरे मीत गुरुदेव मोको राम नाम प्रकाश। तू मेरा मित्र है, तू चानन देण वाला है, मेरे ते रहमत कर, मेरे अंदर नूर ही नूर हो जाए, नूर ही नूर। गल इत्थे नहीं मुकदी। गुरु रामदास पातशाह की वडियाई वड्डी है। समा आया गुरता गति बख्शनी है। जिवें सुनियारा कठारी च पा करके सोने नूं परखदा है। मैं सोने का धंधा तो नहीं करता, लेकिन सुनिया भी जो वो सोना कठारी च पाउंदे ने ना, जिन्ना चिर हिलदा है सुनियारा भरा समझदा भी सोना शुद्ध नहीं, ते जदों वो सोना कठारी च स्थिर हो जाए, स्टेबल हो जाए, टिक जाए, वो कहते भी सोना शुद्ध है। इसे प्रकार धन गुरु अमरदास महाराज ने कुठाड़ी च पाया। अपने दो दमाद ने, बाबा रामा जी और गुरु रामदास पातशाह, ते कहना गुरमुखो इत्थे आपां दीवान सजाउणा ते कोई थड़े बनाओ। थड़े बना देने, शाम पैनी ते कहना पुत्र ये थड़े ठीक नहीं। बाबे रामे ने कहना भी बड़ी मेहनत की है। दर असल गुरु अमरदास पातशाह की उम्र वडेरी हो गई है। उम्र वडेरी होने करके इन्हों पता नहीं चलता भी चंगे बाणे का निर्णय नहीं कर सकते, क्योंकि कहते बाणी च लिखा 70 का मातीण 80 का भार न पावे। वो बाबा रामा गुरु पातशाह ने 17 ते 72 गिन लग पाया, 17 ते 72 जद के गुरु की बाणी कहती गुरमुख बुढ़े कदे नहीं। गुरु तो है समर्थना, जेड़े गुरु के से गुरमुख ने ना वो भी बुढ़े नहीं होंगे, उन्होंने मन भी डोलदा नहीं। पर अकल है ना, अकल याद रखना, जदों गुरु की रहमत नूं प्राप्त करना उदों अपनी अकल ते सियाणप नूं पासे कर देना। जे सियाणप है तो बात नहीं बननी, क्योंकि आप पढ़ते हैं सह सियाणपा लख होए तां इक न चले नाल। चतराई ना चित्रकूट पाइए, चतराई नाल परमात्मा की प्राप्ति नहीं। दुनिया के रंगां तो कमला होना पएगा, कमला होना पएगा। छोटे गुरु रामदास पातशाह वाले पासे होना, कहना पुत्र थड़ा तो तू ही बनाया पर यह ठीक नहीं। कि साढ़े पातशाह गुरु रामदास पातशाह ने कहना पातशाह अगर थोड़ी जो ही साड़ी ये नहीं समझनी, आप कृपा करके सानू अगल बख्शो, थड़ा ढवा देने। ये निरंतर कुछ दिन कम चलता रहा और बाबा रामा आखिर कर कहन लगा जी असी इन्ने जोगे हाँ, तुहाडी मर्जी है बैठो या ना बैठो, साथों रोज नहीं जी हुंदा भी सवेरे इट्टां लाउने ते शाम नूं ढवा देंदे हो। ये धन गुरु रामदास पातशाह कहन लगे मालका असी सदीवी तौर पर भुलण आना, साडे ते कृपा करदा नहीं। जदों उस परख विचों गुरु रामदास पातशाह पास हो गए ना, ते कहन लगे पुत्र मैं मिट्टी के थड़ियां ते नहीं बहना, मैं तो मिट्टी के थड़े का बहाना बनाया, बहाना हेरिया मैं तेरे हिरदे विच बैठांगा। हुण तेरे ते मेरे विच कोई फर्क नहीं। ये धन गुरु रामदास पातशाह महाराज के जीवन तो पहलियां दो प्रेरणा लाओ। एक ये
कि अकल नूं पासे रखना है। अकल की वरतों करांगे तो बात नहीं जी बननी। दूजा, जे गुरु को रहमत नूं प्राप्त करना है तो दाते नहीं बनना, मंगते बनना है। गुरु वाले पासे नूं हुक्म नहीं करना, बेनती करनी है। और बेनती करदियां दुनिया के पदार्थों नूं बहुलता नहीं देनी, केवल ते केवल गुरु कोलों गुरु नूं मंगना है। क्योंकि आप पढ़ते हैं, जाम गुरु हो बल तने क्या गार्ग दिजै, जाम गुरु हो बल लख बाहें क्या किजै, जाम गुरु हो बल ज्ञान अर ध्यान अनन पर, जाम गुरु हो बल सब साखी सो सच्चे कर, जो गुरु गुरु ऐस जपे, जो गुरु नाम रिद में तरे, सो जन्म मरण दो थे रह। ओदा जम्मण ते मरण भी चला गया। ये उस गुरु अमरदास पातशाह महाराज की रहमत है, जिन्हां दे बारे असीं पढ़दे हां। कान हर बूंद बसो रुमावल, कुसम बसंत गनंत न आवै, रव सस किरण उदर सागर को, गांग तरंग अंत को पावै, रुद्र ध्यान ज्ञान सतगुर के, कब जन पल उन्हें जो गावै, भले अमरदास गुण तेरे, तेरी उपमा कोई बनावे। शायद को बसंत मौसम के फुलों की गिनती कर ले, हो नहीं सकती, पर शायद को कर ले। कंप्यूटर का युग नहीं होया। शायद जेड़े ये सूरज दी किरणां ने, ये किन्ने चिर च आउंदियां ने, किन्नियां नवेरियां ने। सानू इंडिया च पढ़ाया गया, मैनूं चेता, मैं 10वीं बाच पढ़दा सा 66 विच, ते सानू पढ़ाया सी कि सूरज की किरण 1,86,000 मील प्रति सैकंड आउंदी है। 8 मिनटां दे विच ये किरणां धरती ते पहुंचदियां ने। शायद इस ढंग नाल किरणां मिणीਆਂ जाण, पर गुरु अमरदास पातशाह दी वडियाई मिणी नहीं जाती। समुद्र का पानी किन्ना किन्ने घन मीटर है, शायद को मिल लै ते तेरी वडियाई मिणी नहीं जा सकती। उस गुरु अमरदास पातशाह ने आख्या, पुत्र मैं मिट्टी के थड़ियां ते नहीं बहना, मैं हुण तेरे हिरदे विच वसांगा। इहदे तो बाद ਜਦੋਂ गुरु रामदास पातशाह गुरता गद्दी ते सवाईमान होए, उन्होंने किवें किवें रहमतां कीतियां, ये आपां कल दे टाइम विच विचारन दा यतन करांगे। सतगुरु पातशाह साडे सारियां ते दया करन और ये सोईया पढ़ के गुरु के चरणों च हाजिरी लवाइए। हम अवगुण भरे ये गुनाही, अमृत छाड़ वेखे बेखाई, माया मोह भरम पै भूले, सुत दारा सुन प्रीत लगाई, एक उत्तम पंथ सुनियो गुर संगत, ते मरंजम तरास मिटाई, एक अरदास पहाड़ कीर्त की, गुरु रामदास राखो सुनाई। वाहिगुरू जी का खालसा, वाहिगुरू जी की फतेह।